ਸੰਗਤ ਜੀ ਹੁਣ ਤੱਕ 3 ਯੁੱਗ ਹੋ ਚੁੱਕੇ ਨੇ। ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ ਤੇ ਹੁਣ ਚੱਲ ਰਿਹਾ ਹੈ ਕਲਯੁਗ। ਤਾਂ ਸਤਯੁਗ ਦੇ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਦੁਸ਼ਟ ਲੋਕ ਔਰ ਦੇਵਤੇ ਲੋਕ, ਦੁਸ਼ਟ ਯਾਨੀ ਕਿ ਜੋ ਪਰਮਾਤਮਾ ਦੇ ਨਾਮ ਤੋਂ ਦੂਰ, ਔਰ ਦੇਵਤੇ ਜਿਹੜੇ ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ, ਭਗਤੀ ਦੇ ਕਰਮਾਂ ਦੇ ਵਿੱਚ ਲੱਗੇ ਹੋਏ ਸਨ। ਇਹ ਦੋਨੋਂ ਅਲੱਗ-ਅਲੱਗ ਲੋਕਾਂ ਦੇ ਵਿੱਚ ਰਿਹਾ ਕਰਦੇ ਸਨ। ਸਤ ਯੁਗ ਰਤ ਸੰਤੋਖ ਕਾ ਧਰਮ ਆਗੇ ਰਥਵਾਹੁ, ਗੁਰੂ ਨਾਨਕ ਦੇਵ ਜੀ ਮਹਾਰਾਜ, ਅੰਗ 470 ਇੱਥੇ ਫਰਮਾ ਰਹੇ ਨੇ ਕਿ ਇਹਨਾਂ ਦਾ ਜਿਹੜਾ ਰਹਿਣ ਦਾ ਸਹਿਣ ਸੀ ਉਹ ਅਲੱਗ-ਅਲੱਗ ਲੋਕਾਂ ਦੇ ਵਿੱਚ ਰਹਿੰਦੇ ਸਨ। ਭਗਤੀ ਕਰਨ ਵਾਲੀ ਜਗ੍ਹਾ 'ਤੇ ਰਹਿੰਦੇ ਸਨ, ਪਰ ਜਿਹੜੇ ਦੁਸ਼ਟ ਆਤਮਾ ਸਨ ਉਹ ਅਲੱਗ ਥਾਵਾਂ 'ਤੇ ਰਹਿੰਦੀਆਂ ਸਨ। ਤਾਂ ਇਸ ਯੁੱਗ ਨੂੰ ਗੋਲਡਨ ਏਜ ਵੀ ਕਹਿੰਦੇ ਨੇ, ਸੋਨੇ ਦਾ ਯੁੱਗ। ਇਹ ਇਸ ਤਰ੍ਹਾਂ ਹੈ ਕਿ ਇਨਸਾਨ ਦੀ ਜਿਹੜੀ ਬਿਰਤੀ ਸੀ ਸੋਚਣ ਦੀ, ਉਹਦੇ ਵਿੱਚ ਸੱਤ ਸੀ ਔਰ ਸੱਤ ਪ੍ਰਧਾਨ ਸੀ। ਲੋਕ ਸੱਤ ਦੇ ਕੰਮ ਜ਼ਿਆਦਾ ਕਰ, ਸਤੋ ਗੁਣੀ ਜ਼ਿਆਦੇ ਸਨ। ਫਿਰ ਸਮੇਂ ਨੇ ਆਪਣਾ ਰੂਪ ਵਟਾਇਆ, ਅਗਲਾ ਯੁੱਗ ਆਇਆ ਔਰ ਇਸ ਯੁੱਗ ਦਾ ਨਾਂ ਹੈ ਤ੍ਰੇਤਾ। ਤ੍ਰੇਤੇ ਯੁੱਗ ਨੂੰ ਸਿਲਵਰ ਏਜ ਯੁੱਗ ਵੀ ਕਹਿੰਦੇ ਨੇ, ਯਾਨੀ ਕਿ ਚਾਂਦੀ ਦਾ ਯੁੱਗ। ਇਹਦੇ ਵਿੱਚ ਇਨਸਾਨ ਦੀ ਬਿਰਤੀ ਸੀ ਜਿਹੜੀ ਉਹ ਜੱਤ ਦੇ ਅੰਦਰ ਸੀ ਔਰ ਸਮੇਂ ਦੇ ਅਵਤਾਰੀ ਪੁਰਸ਼ ਸਨ ਸ਼੍ਰੀ ਰਾਮ। ਔਰ ਇੱਥੇ ਇਸ ਯੁੱਗ ਦੇ ਵਿੱਚ ਕੀ ਦੇਵਤੇ ਅਤੇ ਦੁਸ਼ਟ ਇੱਕੋ ਲੋਕ ਦੇ ਵਿੱਚ ਰਹਿਣ ਲੱਗੇ। ਰਾਮ ਤੇ ਰਾਵਣ ਇੱਕੋ ਹੀ ਸਮੇਂ ਵਿੱਚ ਨੇ। ਇਸ ਨੂੰ ਸਿਲਵਰ ਏਜ ਯੁੱਗ ਕਹਿੰਦੇ ਨੇ। ਬਾਣੀ ਦਾ ਫਰਮਾਨ ਹੈ, ਤ੍ਰੇਤੇ ਰਥ ਜਤੇ ਕਾ ਜੋਰ ਆਗੇ ਰਥਵਾਹੁ। ਔਰ ਇਹ ਜਿਹੜਾ ਯੁੱਗ ਸੀ ਇਹ ਜਤ ਸਤ ਦਾ ਸੀ। ਲੋਕ ਜਤ ਕਰਦੇ ਸਨ, ਸਤ ਕਰਦੇ ਸਨ, ਪ੍ਰਣ ਕਰਦੇ ਸਨ ਔਰ ਆਪਣੇ ਪ੍ਰਣਾਂ ਉੱਪਰ ਪੂਰਾ ਉਤਰ ਸਨ। ਇਸ ਕਰਕੇ ਸਮੇਂ ਦੇ ਅਵਤਾਰੀ ਪੁਰਸ਼ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ, ਸਮੇਂ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ ਯੁੱਧ ਕਰਦੇ ਨੇ ਦੁਸ਼ਟ ਰਾਵਣ ਦੇ ਨਾਲ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰਕਾਏ। ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿ ਪ੍ਰਮਾਤਮਾ ਤੇਥੋਂ ਹੀ ਸ਼ਕਤੀ ਲੈ ਕੇ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਦਾ ਖਾਤਮਾ ਕੀਤਾ। ਅਗਲਾ ਯੁੱਗ ਆਂਦਾ ਹੈ ਦੁਆਪਰ ਯੁੱਗ। ਇਹਨੂੰ ਬਰਾਸ ਏ ਯੁੱਗ ਵੀ ਕਹਿੰਦੇ ਨੇ, ਯਾਨੀ ਕਿ ਪਿੱਤਲ ਦਾ ਯੁੱਗ। ਇੱਥੇ ਦੇਵਤੇ ਅਤੇ ਦੁਸ਼ਟ ਇੱਕੋ ਹੀ ਪਰਿਵਾਰ ਦੇ ਵਿੱਚ ਰਹਿਣ ਲੱਗੇ, ਜਿਵੇਂ ਕੌਰਵ ਤੇ ਪਾਂਡਵ। ਤੇ ਸਮੇਂ ਦੇ ਅਵਤਾਰੀ ਪੁਰਸ਼ ਨੇ ਸ਼੍ਰੀ ਕ੍ਰਿਸ਼ਨ। ਯੁੱਗ ਦਾ ਬਦਲਣਾ ਕੀ ਹੁੰਦਾ? ਜਦੋਂ ਬਹੁਤਾਤ ਲੋਕਾਂ ਦੀ ਸੋਚਣ ਦੀ ਸ਼ਕਤੀ ਜਾਂ ਸਮਝ ਬਦਲ ਜਾਂਦੀ ਹੈ, ਫਿਰ ਯੁੱਗ ਦਾ ਬਦਲਣਾ ਹੁੰਦਾ। ਤਾਂ ਇੱਥੇ ਕੀ ਬਦਲਿਆ ਆਣ ਕੇ? ਦੁਆਪਰ ਰਥ ਤਪੇ ਕਾ ਸਤ ਆਗੇ ਰਥਵਾਹੁ। ਇੱਥੇ ਇਨਸਾਨ ਦੇ ਅੰਦਰ ਤਪ ਸੀ, ਜਿਵੇਂ ਕਬੀਰ ਜੀ ਮਹਾਰਾਜ ਕਹਿੰਦੇ ਨਾ, ਬ੍ਰਹਮ ਅਗਨ ਸਹਿਜੇ ਪਰਜਾਲੀ ਏਕੇ ਚੋਟ ਸਦਾਇਆ। ਉਸ ਤਪ ਦੀ ਸ਼ਕਤੀ ਨਾਲ ਅੱਗ ਨੂੰ ਜਲਣ ਦੀ ਸ਼ਕਤੀ ਸੀ। ਹਜੇ ਵੀ ਸਤ ਕੁਝ ਬਚਿਆ ਸੀ ਲੋਕਾਂ ਦੇ ਵਿੱਚ। ਇੱਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿ ਇਹ ਪਰਮਾਤਮਾ ਤੇਥੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਆਪਣੇ ਮਾਮੇ ਕੰਸ ਨੂੰ ਖਾਤਮਾ ਕੀਤਾ। ਅਗਲਾ ਯੁੱਗ ਆਂਦਾ ਹੈ ਕਲਯੁਗ, ਜੋ ਹੁਣ ਚੱਲ ਰਿਹਾ। ਇਹ ਕਲਯੁਗ ਦਾ ਸਮਾਂ ਹੈ ਸੰਗਤ ਜੀ। ਕਲਯੁਗ ਰਥ ਅਗਨ ਕਾ ਕੂੜ ਆਗੇ ਰਥਵਾਹੁ। ਔਰ ਸਮੇਂ ਦੇ ਅਵਤਾਰੀ ਪੁਰਸ਼ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਏ। ਗੁਰੂ ਨਾਨਕ ਦੇਵ ਜੀ ਮਹਾਰਾਜ, ਤਨ ਤਨ ਉਹਨਾਂ ਦੀ ਵਡਿਆਈ, ਤਨ ਤਨ ਉਹਨਾਂ ਦੀ ਕਮਾਈ ਤੇ ਤਨ ਤਨ ਉਹਨਾਂ ਦੀ ਕਿਰਤ ਜੋ ਉਹਨਾਂ ਨੇ ਕੀਤੀ। ਤੂੰ ਬਾਬੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਦੇਸ਼ ਦਿੱਤਾ, ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਉਹਨਾਂ ਨੇ ਕਿਹਾ ਨਾਮ ਜਪੋ ਪਹਿਲਾਂ, ਫਿਰ ਉਸ ਤੋਂ ਬਾਅਦ ਕਿਰਤ ਕਰੋ, ਫਿਰ ਦੋਨਾਂ ਚੀਜ਼ਾਂ ਨੂੰ ਵੰਡੋ। ਔਰ ਅਸੀਂ ਕੀ ਕਰਦੇ ਹਾਂ? ਆਪਦੀ ਕਿਰਤਾਂ ਵੰਡ ਦਿੰਦੇ ਹਾਂ, ਪਰ ਦੇਖਿਆ ਮੈਂ ਸਿਮਰਨ ਕੋਈ ਨਹੀਂ ਵੰਡਦਾ। ਸਿਮਰਨ ਕਰੀ ਵੀ ਜਾ ਰਹੇ ਹਾਂ, ਪਰ ਅਜੇ ਸਮਝ ਹੀ ਕੋਈ ਨਹੀਂ ਪੈ ਰਹੀ। ਜੇ ਪੈ ਜਾਂਦੀ ਹੈ ਤਾਂ ਫਿਰ ਉਹ ਬਾਬੇ ਬਣ ਜਾਂਦੇ ਨੇ। ਮੈਂ ਮਾਫੀ ਮੰਗ ਲਾਂ, ਮੇਰਾ ਕਿਸੇ ਨਾਲ ਵੈਰ ਵਿਰੋਧ ਨਹੀਂ, ਪਰ ਇਹ ਸੁਭਾਵਿਕ ਗੱਲ ਆ ਗਈ। ਤਾਂ ਇਹ ਸੀ ਕਲਯੁਗ। ਔਰ ਕਲਯੁਗ ਨੂੰ ਆਇਰਨ ਦਾ ਯੁੱਗ ਵੀ ਕਹਿੰਦੇ ਨੇ, ਯਾਨੀ ਕਿ ਲੋਹੇ ਦਾ ਯੁੱਗ, ਵਿਗਿਆਨਿਕ ਯੁੱਗ। ਇੱਥੇ ਇਨਸਾਨਾਂ ਵਿੱਚ ਤ੍ਰਿਸ਼ਨਾ ਦੀ ਅੱਗ ਬਹੁਤ ਜ਼ਿਆਦੀ ਹੈ। ਔਰ ਦੂਜੇ ਸ਼ਬਦਾਂ ਵਿੱਚ ਕਹੀਏ, ਦੁਸ਼ਟ ਤੇ ਦੇਵਤੇ ਇੱਕੋ ਸਰੀਰ ਵਿੱਚ ਹੀ ਰਹਿਣ ਲੱਗੇ, ਇੱਕੋ ਸਰੀਰ ਦੇ ਵਿੱਚ ਰਹਿ ਰਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 9 ਖੰਡ ਪ੍ਰਿਥਵੀ ਦਾ ਭਰਮਣ ਕੀਤਾ ਔਰ ਦੇਖਿਆ ਕਿ ਸਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਪਰ ਸਵਾਲ ਕਰ ਰਹੇ ਨੇ ਔਰ ਜਵਾਬ ਦੇ ਰਹੇ ਨੇ ਮੇਰੇ ਬਾਬਾ ਜੀ। 9 ਖੰਡ ਪ੍ਰਿਥਵੀ ਦਾ ਭਰਮਣ ਕੀਤਾ ਤੁਰ ਕੇ ਔਰ ਸਵਾਲੀਆਂ ਦੇ ਸਵਾਲ ਦੇਣ ਵਾਸਤੇ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਡਾਕਟਰ, ਆਤਮਾ ਦੇ ਐਸੇ ਡਾਕਟਰ ਕਿ ਆਪ ਜਾ ਕੇ ਰੋਗੀਆਂ ਕੋਲ ਜਾ ਰਹੇ ਨੇ, ਆਪ ਜਾ ਕੇ ਲੋਕਾਂ ਦੇ ਰੋਗ ਠੀਕ ਕਰ ਰਹੇ ਨੇ। ਸਵਾਲੀਆਂ ਕੋਲ ਆਪ ਜਾਂਦੇ, ਕਿਤੇ ਸਿੱਧ ਸਵਾਲ ਕਰ ਰਹੇ ਨੇ, ਕਿਤੇ ਹਿੰਦੂ ਸਵਾਲ ਕਰ ਰਹੇ ਨੇ, ਕਿਤੇ ਮੁਸਲਮਾਨ ਸਵਾਲ ਕਰ ਰਹੇ ਨੇ, ਪਰ ਮੇਰੇ ਜਗਤ ਬਾਬੇ ਕੋਲ ਸਾਰਿਆਂ ਦੇ ਜਵਾਬ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਇਆ।